तो बूझ है जो सतगुर पाए, हम में मारे गुर शब्दे पाए। इस पावन शब्द ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 228 ਉੱਪਰ ਸ਼ੋਭਾਇਮਾਨ ਹੈ। ਇਹਨਾਂ ਪੰਕਤੀਆਂ ਜਿਹੜੀ ਵਿਚਾਰ ਅਸੀਂ ਸਮਝਣ ਦਾ ਯਤਨ ਕਰਨਾ ਹੈ। ਬੁਝ ਹੈ, ਬੁਝਣਾ ਕੀ ਹੁੰਦਾ ਹੈ, ਕਿਵੇਂ ਬੁਝੀਦਾ ਹੈ। ਜਿਹੜੇ ਬੁਝ ਲੈਂਦੇ ਨੇ ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ, ਜਿਹੜੇ ਨਹੀਂ ਬੁਝ ਪਾਉਂਦੇ ਉਹਨਾਂ ਨੂੰ ਕੀ ਸਟੇਟਸ ਬਾਣੀ ਅੰਦਰ ਮਿਲਦਾ ਹੈ। ਇਹ ਸਾਰੇ ਪੱਖ ਜਿੰਨੇ ਹੋ ਸਕਦੇ ਨੇ ਸਵਾਲ ਦੀ ਸ਼ਕਲ ਵਿੱਚ ਜੇ ਸਾਹਮਣੇ ਰੱਖਾਂਗੇ ਤਾਂ ਗੁਰਬਾਣੀ ਵਿੱਚੋਂ ਸਮਝ ਆਉਂਦੀ ਹੈ ਕਿ ਬਾਣੀ ਦੇ ਰਾਹੀਂ ਸਮਝਣ ਦਾ ਢੰਗ ਸਭ ਤੋਂ ਉੱਤਮ ਢੰਗ ਹੈ। ਸੋ ਬੂਝੈ ਜੋ ਸਤਿਗੁਰ ਪਾਏ। ਬੜੇ ਸੌਖੇ ਸ਼ਬਦ ਹਨ। ਉਹ ਸਮਝਦਾ ਹੈ, ਉਹਨੂੰ ਸਮਝ ਆਉਂਦੀ ਹੈ ਜੋ ਸੱਚੇ ਗੁਰੂ ਨੂੰ ਮਿਲਦਾ ਹੈ, ਪ੍ਰਾਪਤ ਕਰਦਾ ਹੈ। ਤੇ ਮੈਂ ਇਹ ਬਾਰ-ਬਾਰ ਬੇਨਤੀ ਕਰਦਾ ਹੁੰਦਾ, ਇਸ ਲੌਜਿਕ ਆਫ ਦਾ ਐਜੂਕੇਸ਼ਨ ਢੰਗ ਹੈ ਪੜ੍ਹਾਈ ਦਾ। ਤੇ ਮੈਂ ਐਗਜ਼ਾਮਪਲ ਸਕੂਲ ਕਾਲਜ ਦੀ ਲੈਂਦਾ ਹਾਂ, ਬਾਰ-ਬਾਰ ਰਿਪੀਟ ਕਰਦਾ ਹਾਂ। ਜੇ ਮੈਥ ਸਿੱਖਣਾ ਹੈ ਤਾਂ ਮੈਥ ਦੀ ਕਲਾਸ ਵਿੱਚ ਬਹਿਣਾ ਪਵੇਗਾ। ਬਾਇਓਲੋਜੀ ਸਿੱਖਣੀ ਹੈ ਤਾਂ ਬਾਇਓਲੋਜੀ ਦੇ ਟੀਚਰ ਉਹਦੀ ਕਲਾਸ ਵਿੱਚ ਬਹਿਣਾ ਪਵੇਗਾ। ਤੇ ਜੇ ਸੱਚ ਸਿੱਖਣਾ ਹੈ, ਸਮਝਣਾ ਹੈ ਤਾਂ ਸੱਚੇ ਗੁਰੂ ਕੋਲ ਬਹਿਣਾ ਪਵੇਗਾ, ਉਹਦੇ ਸਨਮੁਖ ਹੋਣਾ ਪਵੇਗਾ। ਤੇ ਜਦੋਂ ਸੱਚੇ ਗੁਰੂ ਕੋਲ ਬੈਠਦੇ ਹਾਂ ਉਹ ਸੱਚ ਸਿਖਾਉਂਦਾ ਹੈ। ਤੇ ਪਹਿਲੀ ਨਿਸ਼ਾਨੀ ਜਿਹੜੇ ਸਤਿਗੁਰੂ ਦੀ ਮੱਤ ਲੈਂਦੇ ਨੇ, ਸਿੱਖਦੇ ਨੇ, ਹਉਮੈ ਮਾਰੇ। ਉਹ ਆਪਣੇ ਹਉਮੈ ਨੂੰ, ਈਗੋ ਨੂੰ ਖਤਮ ਕਰਦੇ ਨੇ, ਆਪਣੇ ਜੀਵਨ ਤੋਂ ਦੂਰ ਕਰਦੇ ਨੇ। ਤੇ ਇਸ ਗੱਲ ਨੂੰ ਫਿਰ ਸਤਿਗੁਰੂ ਜੀ ਰਿਪੀਟ ਕਰਦੇ ਹੋਏ ਸਮਝਾਉਂਦੇ ਨੇ, ਗੁਰ ਸ਼ਬਦੇ ਪਾਏ। ਸਤਿਗੁਰੂ ਦੀ ਮੱਤ ਦੇ ਰਾਹੀਂ ਹਉਮੈ ਨੂੰ ਮਾਰ ਕੇ ਮਨੁੱਖ ਉਸ ਸੱਚ ਪਰਮੇਸ਼ਰ ਨੂੰ ਪਾ ਲੈਂਦਾ ਹੈ, ਸਚਿਆਰ ਬਣ ਜਾਂਦਾ ਹੈ। ਦੁੱਖ ਸੁੱਖ ਇਹ ਜੀਉ ਬੰਦ ਹੈ, ਹਉਮੈ ਕਰਮ ਕਮਾਏ। ਹੁਣ ਹਉਮੈ ਦੇ ਕਰਤੱਵ, ਉਹਦੀ ਤਾਕਤ ਸਤਿਗੁਰੂ ਬਾਣੀ ਅੰਦਰ ਬਹੁਤ ਥਾਈਂ ਸਮਝਾਉਣਾ ਕਰਦੇ ਨੇ। ਹਉਮੈ ਦੇ ਅੰਦਰ ਜਦੋਂ ਤੱਕ ਇਹ ਮਨ ਹੈ, ਇਹ ਦੁੱਖਾਂ ਸੁੱਖਾਂ ਦੇ ਵਿੱਚ ਵਿਚਰਦਾ ਰਹੇਗਾ ਤੇ ਬਹੁਤ ਸਾਰੇ ਬੰਧਨਾਂ ਵਿੱਚ ਰਹਿੰਦਾ ਹੈ। ਬਿਨ ਸ਼ਬਦੈ ਭਰਮ ਨਾ ਚੁੱਕਈ, ਨਾ ਵਿੱਚੋਂ ਹਉਮੈ ਜਾਏ। ਸ਼ਬਦ ਤੋਂ ਬਿਨਾ, ਬਾਣੀ ਤੋਂ ਬਿਨਾ, ਗੁਰੂ ਦੀ ਮੱਤ ਸਿੱਖਿਆ ਲੈਸਨ ਤੋਂ ਬਿਨਾ ਭਰਮ, ਭੁਲੇਖਾ, ਡੁਐਲਿਟੀ, ਦੁਬਿਧਾ ਇਹ ਦੂਰ ਨਹੀਂ ਹੁੰਦੀ ਹੈ ਤੇ ਨਾ ਹਉਮੈ ਬਾਹਰ ਨਿਕਲਦੀ ਹੈ। ਭਾਵ ਇਹ ਸਾਰੇ ਵਿਕਾਰ ਉਦੋਂ ਮੇਰੇ ਜੀਵਨ ਤੋਂ ਬਾਹਰ ਹੁੰਦੇ ਹਨ ਜਦੋਂ ਮੈਂ ਸ਼ਬਦ ਦੇ ਰਾਹੀਂ ਗੁਰੂ ਦੀ ਸਿੱਖਿਆ ਮਤ ਲੈਂਦਾ ਹਾਂ। ਬਿਨ ਗੁਰ ਮੁਕਤ ਨਾ ਪਾਈਆ, ਨਾ ਦੁਬਿਧਾ ਮਾਇਆ ਜਾਏ। ਦੁਬਿਧਾ ਇੱਕ ਬਹੁਤ ਵੱਡਾ ਰੋਗ ਹੈ ਜਿਹੜਾ ਮੈਨੂੰ ਕਿਸੇ ਵੀ ਚੀਜ਼ ਨੂੰ ਸਮਝਣ ਦੇ ਵਿੱਚ ਮੁਸ਼ਕਲਾਤ ਖੜੀ ਕਰਦਾ ਹੈ। ਦੁਬਿਧਾ ਹੈ, ਸਮਝ ਨਹੀਂ ਆਵੇਗੀ ਕਿਉਂਕਿ ਮਨ ਦੁਚਿੱਤਾ ਵਿੱਚ ਹੈ। ਤਾਂ ਇਹ ਮਨ ਤਾਂ 10 ਦਿਸ਼ਾਵਾਂ ਵਿੱਚ ਭਜਦਾ ਹੈ।
ਤੇ ਜਦੋਂ ਇਹ ਦੁਬਿਧਾ ਵਿੱਚ ਹੈ, ਇਹਨੂੰ ਮੁਕਤੀ ਨਹੀਂ ਮਿਲਦੀ, ਮਾਇਆ ਵਿੱਚ ਗਲਤਾਨ ਰਹਿੰਦਾ ਹੈ, ਤੇ ਉਸ ਤੋਂ ਬਚਣ ਦਾ ਢੰਗ ਗੁਰ ਬਿਨ ਗੁਰ ਮੁਕਤ ਨਾ ਪਾਈਆ। ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ। ਪਾਠ ਪੜੈ ਨਾ ਬੁੱਝਈ ਪੇਖੀ ਭਰਮ ਭੁਲਾਏ। ਇਹ ਦੋ ਪੰਕਤੀਆਂ ਕਿਸੇ ਵੀ ਆਮ ਸਿੱਖ ਸੰਗਤ ਨੂੰ ਸਮਝਾਉਣ ਵਾਸਤੇ ਕਿ ਬਾਣੀ ਪੜਨ ਸੁਣਨ ਤੋਂ ਬਾਅਦ ਉਹਨੂੰ ਸਮਝਣਾ ਬਹੁਤ ਲਾਜ਼ਮੀ ਹੈ, ਨਹੀਂ ਤੇ ਸਮਾਂ ਅਣਜਾਈ ਚਲਾ ਜਾਵੇਗਾ, ਉਹਦੇ ਵਿੱਚੋਂ ਆਉਟਪੁੱਟ ਨਹੀਂ ਮਿਲ ਸਕੇਗੀ। ਤੇ ਇਹੋ ਜਿਹੀਆਂ ਗੱਲਾਂ ਨੂੰ ਆਮ ਸੰਗਤ ਦੇ ਵਿੱਚ ਬੜੇ ਨੈਗੇਟਿਵ ਜਾਂ ਉਲਟੇ ਸੈਂਸ ਵਿੱਚ ਲਿਆ ਜਾਂਦਾ ਹੈ। ਦੇਖੋ ਜੀ, ਭਾਈ ਸਾਹਿਬ ਕਹਿ ਰਹੇ ਨੇ ਨਿਤਨੇਮ ਨਹੀਂ ਕਰਨਾ ਚਾਹੀਦਾ ਜੀ, ਫਲਾਣਾ ਪਾਠ ਨਹੀਂ ਕਰਨਾ ਚਾਹੀਦਾ, ਤਾਂ ਉਹਨਾਂ ਨੂੰ ਇਹ ਪੰਕਤੀਆਂ ਸੌਖੇ ਸ਼ਬਦਾਂ ਵਿੱਚ ਸਮਝਾਈਆਂ ਜਾ ਸਕਦੀਆਂ। ਤੇ ਮੈਂ ਨਹੀਂ ਕਹਿ ਰਿਹਾ, ਪ੍ਰਚਾਰਕ ਨਹੀਂ ਕਹਿ ਰਹੇ, ਗੁਰੂ ਨਾਨਕ ਪਾਤਸ਼ਾਹ ਆਪ ਕਹਿ ਰਹੇ ਨੇ। ਉਹ ਸ਼ਬਦ ਬੜੇ ਸੌਖੇ ਨੇ। ਉਹ ਪਰਮੇਸ਼ਰ ਨਿਰਮਲ ਹੈ, ਪਾਕ ਹੈ, ਪਵਿੱਤਰ ਹੈ, ਸੋਹਣਾ ਹੈ, ਪਰ ਉਹ ਗੁਰੂ ਦੀ ਮੱਤ ਲੈਸਨ ਤੋਂ ਬਿਨਾਂ ਨਹੀਂ ਮਿਲਦਾ ਹੈ, ਨਹੀਂ ਪਾਇਆ ਜਾ ਸਕਦਾ ਹੈ। ਆਮ ਕਰਕੇ ਅਸੀਂ ਉਸ ਪਰਮੇਸ਼ਰ ਨੂੰ ਪਾਉਣ ਵਾਸਤੇ, ਮਿਲਣ ਵਾਸਤੇ ਪਾਠਾਂ ਦੇ ਪਾਠ ਕਰਦੇ ਹਾਂ, ਲੜੀਆਂ ਦੇ ਲੜੀਆਂ ਪਾਠ ਕਰਦੇ ਹਾਂ। ਔਰ ਇਹ ਵਿਧਾਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ, ਪਹਿਲਾਂ ਵੀ ਮੌਜੂਦ ਸੀ। ਤੇ ਸਤਿਗੁਰੂ ਜੀ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਕੇ ਸਮਝਾਉਣਾ ਕੀਤਾ। ਪਾਠ ਪੜ੍ਹੈ, ਹੁਣ ਇੱਥੇ ਕਿਸੇ ਪਾਰਟਿਕੂਲਰ ਪਾਠ ਦੀ ਗੱਲ ਨਹੀਂ ਹੋ ਰਹੀ, ਐਨੀ ਆਫ ਦਾ। ਇਹਨੂੰ ਦੁਨਿਆਵੀ ਪੱਧਰ ਤੇ ਵੀ ਲਾਓਗੇ ਤਾਂ ਦੁਨਿਆਵੀ ਕੋਈ ਲੈਸਨ, ਕੋਈ ਟੀਚਿੰਗ, ਚਾਹੇ ਹਾਈ ਸਕੂਲ ਦਾ ਹੈ, ਚਾਹੇ ਯੂਨੀਵਰਸਿਟੀ ਦਾ ਹੈ, ਚਾਹੇ ਕਾਲਜ ਦਾ ਹੈ, whatever the lesson we are reading, we must understand। ਪਾਠ ਪੜ੍ਹੈ ਨਾ ਬੁੱਝਈ। ਅਸੀਂ ਪਾਠ ਕਰਦੇ ਹਾਂ, ਸਭ ਤੋਂ ਪਹਿਲਾਂ ਨਿਤਨੇਮ ਆਉਂਦਾ ਹੈ, ਫਿਰ ਹੋਰ ਪਾਠ, ਬਾਣੀਆਂ ਦੇ ਪਾਠ ਆਉਂਦੇ ਹਨ, ਸਹਿਜ ਪਾਠ ਆਉਂਦਾ ਹੈ, ਅਖੰਡ ਪਾਠ ਤੇ ਹੋਰ ਬਹੁਤ ਸਾਰੇ। ਹੁਣ ਇੱਥੇ ਸਤਿਗੁਰੂ ਬਿਲਕੁਲ ਸਾਫ਼ ਕਲੀਅਰ ਗੱਲ ਸਮਝਾ ਰਹੇ ਨੇ। ਜਿਹੜੇ ਪਾਠ ਪੜ੍ਹਦੇ ਨੇ ਨਾ ਬੁੱਝਈ, ਉਹਨੂੰ ਸਮਝਦੇ ਨਹੀਂ, whatever the Guru says, they won't understand any of the way। ਉਹਨਾਂ ਦਾ ਸਟੇਟਸ ਹੁਣ ਧਿਆਨ ਨਾਲ ਸੁਣ ਲਵੋ। ਪੇਖੀ ਭਰਮ ਭੁਲਾਏ, ਉਹ ਪੇਖੀ ਹੈ ਨੰਬਰ 1। 5 ਸਾਲ ਹੋ ਗਏ, 10 ਸਾਲ ਹੋ ਗਏ, 20 ਸਾਲ ਹੋ ਗਏ, 40 ਸਾਲ ਹੋ ਗਏ, ਨਿਤਨੇਮ ਕਰਦਿਆਂ ਉਹਦੀ ਸਮਝ ਨਹੀਂ ਆਈ ਹੈ। ਸਟੇਟਸ ਗੁਰੂ ਸਾਹਿਬ ਦੇ ਰਹੇ ਨੇ, ਫੈਸਲਾ ਅਸੀਂ ਸਾਰਿਆਂ ਨੇ ਆਪ ਕਰਨਾ ਹੈ। ਵੇਅਰ ਆਈ ਸਟੈਂਡ, ਮੈਂ ਕਿੱਥੇ ਖੜਾ ਹਾਂ। ਪੜ੍ਹਨਾ ਚਾਹੀਦਾ ਜੀ, ਪੜ੍ਹਦੇ ਰਹੋ, ਪੜ੍ਹਦੇ ਰਹੋ, ਸਮਝ ਆ ਜਾਵੇਗੀ। ਇਹ ਲੌਜਿਕ ਕੰਮ ਨਹੀਂ ਆਉਂਦੇ, ਦਲੀਲ ਨਹੀਂ ਹੈ ਕੋਈ। ਪੜ੍ਹਨ ਦੇ ਨਾਲ ਨਾਲ ਸਮਝਣਾ ਪਵੇਗਾ। ਮੈਂ ਟੂ ਦਾ ਟੇਬਲ ਸਾਰੀ ਉਮਰ ਪੜ੍ਹਦਾ ਰਵਾਂ, ਕਾਊਂਟਿੰਗ ਮੈਨੂੰ ਆਉਂਦੀ ਨਹੀਂ, ਤੇ ਫਿਰ ਹੋਰ ਵੀ ਪੜ੍ਹੀ ਜਾਵਾਂ, ਸਮਝ ਨਹੀਂ ਆ ਰਿਹਾ, ਤਾਂ ਮੈਂ ਮੈਥ ਲਰਨ ਨਹੀਂ ਕਰ ਸਕਦਾ। ਪਾਠ ਪੜ੍ਹੈ ਨਾ ਬੁੱਝਈ ਪੇਖੀ, ਤਾਂ ਇਹ ਸਟੇਟਸ ਮਿਲ ਗਿਆ ਵੀ ਮੈਂ ਦਿਖਾਵਾ ਕਰ ਰਿਹਾ ਹਾਂ, ਲੋਕਾਂ ਨੂੰ ਦਿਖਾਉਣ ਵਾਸਤੇ ਕਰ ਰਿਹਾ ਹਾਂ, ਮਜਬੂਰਨ ਨਿਤਨੇਮ ਕਰ ਰਿਹਾ ਹਾਂ, ਬੱਧਾ ਚੱਟੀ ਕਰ ਰਿਹਾ ਹਾਂ, ਕਿਉਂਕਿ ਗੁਰੂ ਨੇ ਹੁਕਮ ਕੀਤਾ ਹੈ 50 ਪਿਆਰਿਆਂ ਦਾ। ਇਹ ਗੱਲ ਸਮਝਣੀ ਪਵੇਗੀ। ਇਹ ਸਾਡਾ ਵਿਧਾਨ ਹੀ ਜਿਹੜਾ ਕੁਝ ਹੈ ਉਹਨੂੰ ਵੀ ਦਰੁਸਤ ਕਰਨਾ ਪਵੇਗਾ। ਜਿੱਥੇ ਬਾਣੀਆਂ ਦੀ ਇੰਸਟਰਕਸ਼ਨ ਕੀਤੀ ਜਾਂਦੀ ਹੈ 50 ਪਿਆਰਿਆਂ ਵੱਲੋਂ, ਉੱਥੇ ਇਹ ਇੰਸਟਰਕਸ਼ਨ ਨਾਲ ਹੋਣੀ ਚਾਹੀਦੀ ਹੈ ਵੀ 5 ਬਾਣੀਆਂ ਨੇ, 5 ਸਾਲ ਦੇ ਵਿੱਚ ਘੱਟੋ ਘੱਟ 5 ਬਾਣੀਆਂ ਤਾਂ ਸਮਝ ਆਉਣ। ਭੇਖ, ਭਰਮ, ਦੁਬਿਧਾ, ਹਉਮੈ, ਇਹ ਮੈਨੂੰ ਉਸ ਪਾਠ ਨੂੰ ਸਮਝਣ ਦੇ ਵਿੱਚ ਰੁਕਾਵਟ ਬਣਦੇ ਨੇ, ਇਹ ਯਾਦ ਰੱਖਣਾ ਹੈ। ਤੇ ਇਹ ਐਸਾ ਚਿੱਕੜ ਬਣ ਜਾਂਦਾ ਹੈ ਦਲਦਲ, ਜਿਸ ਚੋਂ ਬਾਹਰ ਨਿਕਲਣਾ ਸੌਖਾ ਨਹੀਂ ਹੁੰਦਾ। ਉਹ ਕੇਵਲ ਤੇ ਕੇਵਲ ਗੁਰੂ ਇਸ ਵਿੱਚੋਂ ਕੱਢਦਾ ਹੈ। ਪਾਠ ਪੜ੍ਹੈ ਨਾ ਬੁੱਝਈ
ਪੇਖੀ ਭਰਮ ਭੁਲਾਏ। ਇਸੇ ਵਿਚਾਰ ਨੂੰ ਸਤਿਗੁਰੂ ਜੀ ਨੇ ਬਾਣੀ ਅੰਦਰ ਇੱਕ ਤਾਂ ਹੋਰ ਸੁਚੱਜੇ ਢੰਗ ਨਾਲ ਹੋਰ ਕਲੀਅਰ ਕੀਤਾ ਹੈ। ਵਰਤ ਨੇਮ ਨਿਤਾ ਪ੍ਰਤ ਪੂਜਾ, ਜਿੰਨੇ ਵੀ ਕਰਮ ਕਾਂਡ, ਨੇਮ ਨਿਤਨੇਮ, ਨਿਤਾ ਪ੍ਰਤੀ ਰੋਜ਼ ਦੇ ਨੇਮ, ਪੂਜਾ ਦੇ ਢੰਗ, ਬਿਨ ਬੂਝੇ, ਜੇ ਮੈਂ ਇਹਨਾਂ ਨੂੰ ਸਮਝਦਾ ਨਹੀਂ, ਜੇ ਇਹਨਾਂ ਨੂੰ ਮੈਂ ਸਮਝ ਕੇ ਪ੍ਰਾਪਰ ਨਹੀਂ ਕਰਦਾ ਹਾਂ, ਰਿਜ਼ਲਟ ਸਟੇਟਸ ਸਭ ਭਾਵ ਹੈ ਦੂਜਾ। ਮੈਂ ਇੱਕ ਤੋਂ ਟੁੱਟ ਗਿਆ ਹਾਂ, ਵਨਨੈਸ ਤੋਂ ਬਾਹਰ ਚਲਾ ਗਿਆ ਹਾਂ, ਦੂਜਾ ਤੀਜਾ ਉਸ ਭਾਵ ਵਿੱਚ ਪੈ ਜਾਂਦਾ ਹਾਂ। ਮਨ ਹਟ ਤੇ ਅਵਰ ਕਾਜ, ਇਸ ਨੂੰ ਕਿਹਾ ਗਿਆ ਹੈ। ਅੱਜ ਬਹੁਤੇ ਲੋਕ ਨਿਤਨੇਮ ਇਸ ਕਰਕੇ ਕਰਦੇ ਨੇ ਕਿਉਂਕਿ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਹੈ, ਮਜਬੂਰੀ ਨੂੰ ਮਨ ਹਟ ਬਹੁਤੇ। ਜੇ ਅੱਜ ਪੰਜ ਪਿਆਰੇ ਜਾਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋ ਜਾਵੇ ਵੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁ ਲਈ ਹੈ ਉਹ ਨਿਤਨੇਮ ਕਰਨ ਚਾਹੇ ਨਾ ਕਰਨ, ਮਾਫ ਹੈ, ਅੰਦਾਜ਼ਾ ਲਾਓ ਬਹੁਤਿਆਂ ਨੇ ਛੱਡ ਜਾਣਾ ਹੈ। ਪਿਆਰ ਨਹੀਂ ਬਣ ਰਿਹਾ, ਸਮਝ ਨਹੀਂ ਆ ਰਹੀ, ਬਗੈਰ ਸਮਝੇ ਦੂਸਰੇ ਭਾਵ ਵਿੱਚ ਇਹ ਮਨ ਵਿਚਰਦਾ ਰਹਿੰਦਾ ਹੈ ਤੇ ਇਸ ਕਰਕੇ ਉਸ ਵਿੱਚੋਂ ਪ੍ਰਾਪਤੀ ਨਹੀਂ ਹੁੰਦੀ ਹੈ, ਆਉਟਪੁੱਟ ਨਹੀਂ ਮਿਲ ਪਾਉਂਦੀ ਹੈ। ਸਾਹਿਬ ਆਖਦੇ ਹਨ, ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ। ਹੁਣ ਹੁਕਮ ਨੂੰ ਵੀ ਬੁਝਣਾ ਹੈ, ਕਿਉਂਕਿ ਹੁਕਮ ਤੋਂ ਬੁਝੇ ਬਗੈਰ ਮੈਂ ਸਚਿਆਰ ਨਹੀਂ ਬਣ ਸਕਦਾ, ਮੈਂ ਕੂੜ ਦੀ ਦੀਵਾਰ ਨਹੀਂ ਹੋ ਸਕਦਾ। ਕਿਉਂਕਿ ਜਿਸ ਹੁਕਮ ਵਿੱਚ ਚੱਲਣਾ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਮ। ਜਿਹਦਾ ਹੁਕਮ ਮੈਂ ਮੰਨਣਾ ਹੈ, ਜਿਹਦੀ ਰਜ਼ਾ ਵਿੱਚ ਚੱਲਣਾ ਹੈ, ਜੇ ਮੈਂ ਉਹਨੂੰ ਸਮਝਿਆ ਨਹੀਂ, ਮੈਂ ਉਹਨੂੰ ਜਾਣਦਾ ਨਹੀਂ, ਮੈਂ ਉਹਦਾ ਹੁਕਮ ਨਹੀਂ ਮੰਨ ਸਕਦਾ। ਤੇ ਸਤਿਗੁਰੂ ਇਹੀ ਗੱਲ ਇੱਥੇ ਸਮਝਾਉਣਾ ਕਰਦੇ ਹਨ, ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਉਹਨੂੰ ਸੱਚ ਫਲ ਪ੍ਰਾਪਤ ਹੁੰਦਾ ਹੈ। ਸਾਚੋ ਪਛਾਣਾ ਤਾਮ ਤੇਰਾ, ਜਾਮ ਆਪ ਬੁਝਾਵੇ। ਹੁਣ ਇਸ ਸੱਚ ਨੂੰ, ਇਸ ਹੁਕਮ ਨੂੰ ਸਮਝਣ ਦਾ ਢੰਗ ਹੈ ਉਹ ਪਰਮੇਸ਼ਵਰ ਆਪਣੇ ਬਣਾਏ ਹੋਏ ਨਿਯਮ ਦੇ ਵਿੱਚ, ਪੱਪੇ ਨੂੰ ਸਿਆਰੀ ਹੈ, ਆਪਣੇ ਦੁਆਰਾ ਆਪਣੇ ਬਣਾਏ ਹੋਏ ਨਿਯਮ, ਪ੍ਰੋਗਰਾਮਿੰਗ ਸਾਫਟਵੇਅਰ ਦੇ ਵਿੱਚ ਸਮਝਾਉਂਦਾ ਹੈ। ਤੇ ਉਹਦੇ ਵਿੱਚ ਇੱਕ ਇਹ ਹੈ ਕਿ ਪਰਮੇਸ਼ਰ ਬਖਸ਼ਿਸ਼ ਕਰਕੇ, ਕਿਸੇ ਚੰਗੇ ਕਰਮ ਕਰਕੇ ਮੈਨੂੰ ਗੁਰੂ ਨਾਲ ਮਿਲਾਉਂਦਾ ਹੈ, ਸੱਚੇ ਗੁਰੂ ਦੀ ਮੱਤ ਮਿਲਦੀ ਹੈ ਤੇ ਸੱਚਾ ਗੁਰੂ ਮੈਨੂੰ ਪਰਮੇਸ਼ਰ ਨਾਲ ਜੋੜ ਦਿੰਦਾ ਹੈ। ਬਿਨਵੰਤ ਨਾਨਕ ਜਾਏ ਸਹਿਸਾ, ਬੁਝੈ ਗੁਰ ਵਿਚਾਰਾ। ਇਹ ਹੈ ਉਸ ਪਰਮੇਸ਼ਰ ਦਾ ਨਿਯਮ, ਹੁਕਮ, ਪ੍ਰੋਗਰਾਮਿੰਗ, ਵੀ ਉਹ ਗੁਰੂ ਦੀ ਰਾਹੀਂ ਸਮਝਾਉਂਦਾ ਹੈ। ਨਾਨਕ ਜੀ ਇਹੀ ਗੱਲ ਤੇ ਬੇਨਤੀ ਕਰਦੇ ਨੇ ਵੀ ਗੁਰੂ ਦੀ ਵਿਚਾਰਨਾ ਸਮਝ ਆਉਣੀ ਹੈ। ਤੇ ਸਮਝਦਾ ਕੌਣ ਨਹੀਂ ਹੈ? ਜੇ ਮੈਂ ਆਪਣੇ ਗੁਰੂ ਦਾ ਹੁਕਮ, ਪਰਮੇਸ਼ਰ ਦਾ ਹੁਕਮ, ਉਹਦੀ ਮੱਤ ਨਹੀਂ ਸਮਝੀ ਹੈ, ਵੇਅਰ ਆਈ ਸਟੈਂਡ। ਮਨਮੁਖ ਹੁਕਮ ਨ ਬੁਝੇ ਬਪੜੀ, ਨਿਤ ਹਉਮੈ ਕਰਮ ਕਮਾਏ। ਜੇ ਮੈਂ ਹੁਕਮ ਨਹੀਂ ਬੁਝਿਆ, ਉਹਦੀ ਰਜ਼ਾ ਵਿੱਚ ਨਹੀਂ ਚੱਲਦਾ, ਮੈਂ ਮਨਮੁਖ ਹਾਂ। ਕਿੱਡਾ ਸੌਖਾ ਸਿਧਾਂਤ ਹੈ, ਮੈਂ ਆਪਣੀ ਪਰਚੋਲ ਆਪ ਕਰ ਸਕਦਾ ਹਾਂ। ਵੇਅਰ ਆਈ ਸਟੈਂਡ। ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ। ਇਹ ਸਾਰੇ ਪਾਖੰਡ, ਕਰਮ ਕਾਂਡ ਮੈਨੂੰ ਉਦੋਂ ਸਮਝ ਆਉਣਗੇ ਜਦੋਂ ਮੈਂ ਗੁਰੂ ਦੀ ਮੱਤ ਲੈਂਦਾ ਹਾਂ। ਗੁਰਮੁਖ ਨਾਮ ਤੇ ਆਈ ਹੈ, ਮਨਮੁਖ ਬੂਝ ਨਾ ਪਾਏ। ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਆਮ ਬੱਚਿਆਂ ਨੂੰ ਸਮਝਾਉਣਾ ਹੋਵੇ ਤਾਂ ਗੁਰੂ ਦੀ ਕਲਾਸ ਵਿੱਚ ਬੈਠ ਕੇ ਨਾਮ ਵੱਲ ਧਿਆਨ ਜਾਵੇਗਾ, ਨਹੀਂ ਤੇ ਮਨਮੁਖ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ ਹੈ। ਹਰ ਨਿਰਮਲ ਅਤ ਉਜਲਾ,
बिन गुर पाया न जाए, पाठ पढ़ै ना बुझई, पेखी परम भुलाए। इत्थे तक ਅਸੀਂ ਸਮਝਿਆ ਹੈ। ਸਾਹਿਬ ਅੱਗੇ ਆਖਦੇ ਨੇ, ਗੁਰਮਤੀ ਹਰ ਸਦਾ ਪਾਇਆ। ਗੁਰਮਤ, ਗੁਰਮੁਖ, ਗੁਰਬਾਣੀ, ਸ਼ਬਦ, ਬਹੁਤ ਸਾਰੇ ਅੱਖਰ ਐਸੇ ਆਉਣਗੇ ਜਿਹੜੇ ਇੱਕੋ ਗੱਲ ਸਮਝਾਉਂਦੇ ਨੇ। ਗੁਰੂ ਦੀ ਮੱਤ ਦੇ ਰਾਹੀਂ, ਗੁਰੂ ਦੇ ਲੈਸਨ ਸਿੱਖਿਆ ਟੀਚਿੰਗ ਦੇ ਰਾਹੀਂ ਹਮੇਸ਼ਾ ਲਈ ਹਰੀ ਪਾਇਆ ਜਾਂਦਾ ਹੈ, ਮਿਲ ਜਾਂਦਾ ਹੈ। ਰਸਨਾ ਹਰ ਰਸ ਸਮਾਏ। ਤੇ ਹੁਣ ਰਸਨਾ, ਜ਼ੁਬਾਨ, ਸਰੀਰ ਦੇ ਬਾਕੀ ਆਰਗਨ ਜਿਹੜੇ ਨੇ ਉਹ ਵੀ ਉਸ ਹਰੀ ਰਸ ਦੇ ਵਿੱਚ ਸਮਾ ਜਾਂਦੇ ਨੇ, ਇੱਕ ਮਿਕ ਹੋ ਜਾਂਦੇ ਨੇ, ਉਹਦੇ ਵਰਗੇ ਬਣ ਜਾਂਦੇ ਨੇ। ਇਸੇ ਸ਼ਬਦ ਨੂੰ ਲੜੀਵਾਰ ਕੁਝ ਅਗਲੇ ਸਟੈਂਜਾ ਵਿੱਚ ਸਤਿਗੁਰੂ ਇਸ ਤਰ੍ਹਾਂ ਸਮਝਾਉਣਾ ਕਰਦੇ ਨੇ, ਜੈ ਜੈ ਦੇਖੋ ਤੈ ਤੈ ਸਾਚਾ। ਹੁਣ ਜਦੋਂ ਮੇਰੇ ਸਰੀਰ ਦੇ ਆਰਗਨ, ਮਤ ਔਰ ਮਨ ਗੁਰੂ ਦੀ ਮਤ ਅਨੁਸਾਰ ਚੱਲ ਕੇ ਉਸ ਪ੍ਰਭੂ ਦੇ ਵਿੱਚ ਇਕਮਿਕ ਹੋ ਰਹੀ ਹੈ, ਤਾਂ ਉਹਦਾ ਰਿਜ਼ਲਟ ਇਹ ਹੈ, ਜੈ ਜੈ ਦੇਖੋ ਤੈ ਤੈ ਸਾਚਾ। ਹੁਣ ਮੈਨੂੰ ਸੱਚ ਹਰ ਪਾਸੇ ਨਜ਼ਰ ਆਉਂਦਾ ਹੈ। ਹਰ ਥਾਂ ਮੈਂ ਉਸ ਸੱਚੇ ਪਰਮੇਸ਼ਰ ਨੂੰ ਦੇਖਦਾ, ਆਪਣੇ ਅੰਦਰ ਵੀ, ਕੁਦਰਤ ਦੇ ਅੰਦਰ ਵੀ, ਤੇ ਦੂਸਰਿਆਂ ਜੀਆਂ ਦੇ ਅੰਦਰ ਵੀ। ਬਿਨ ਬੂਝੇ ਜਗਰਤ ਜਗ ਕਾਚਾ। ਬਿਨਾ ਬੁਝਿਆ, ਬਿਨਾ ਗੁਰੂ ਦੀ ਮੱਤ ਨੂੰ ਜਾਣਿਆ, ਬਿਨਾ ਸਮਝਿਆ, ਕਹਿੰਦੇ ਨੇ ਇਹ ਸਾਰਾ ਸੰਸਾਰ ਝਗੜੇ ਵਿੱਚ ਹੈ, ਕੱਚਾ ਹੈ, ਨਾਸ਼ਵਾਨ ਹੈ। ਪਰ ਜੇ ਇਹ ਸ਼ਬਦ ਮੈਂ ਜਿਵੇਂ ਬੇਨਤੀ ਕਰਦਾ ਹੁੰਨਾ ਵੀ ਜਦੋਂ ਬਾਣੀ ਪੜ੍ਹੀਏ, ਜਦੋਂ ਬਾਣੀ ਸੁਣੀਏ, ਸਮਝਿਆ ਕਰੋ ਇਹ ਸ਼ਬਦ, ਇਹ ਲੈਸਨ ਮੇਰੇ ਵਾਸਤੇ ਹੈ, ਮੇਰੇ ਮਨ ਵਾਸਤੇ ਹੈ। ਕਿਉਂਕਿ ਮਨ ਨੇ ਆਪਣਾ ਇੱਕ ਜਗ ਬਣਾਇਆ ਹੋਇਆ, ਆਪਣਾ ਇੱਕ ਸੰਸਾਰ ਬਣਾਇਆ ਹੋਇਆ ਹੈ, ਤੇ ਉਸ ਮਨ ਉਸ ਸੰਸਾਰ ਦੇ ਵਿੱਚ ਵਿਚਰਦਾ ਹੈ। ਤੇ ਜਿਹੜਾ ਮਨ ਆਪਣੀ ਮਰਜ਼ੀ ਕਰਦਾ ਹੈ ਉਹ ਸਮਝਦਾ ਨਹੀਂ ਹੈ, ਦੁਬਿਧਾ ਵਿੱਚ ਹੈ, ਭਰਮ ਵਿੱਚ ਹੈ, ਭੁਲੇਖਿਆਂ ਵਿੱਚ ਹੈ, ਝਗੜੇ ਵਿੱਚ ਹੈ, ਤੇ ਉਹ ਕੱਚੇ ਸੰਸਾਰ ਦੇ ਵਿੱਚ ਜੋ ਉਹਨੇ ਆਪਣੀ ਮਤ ਅਨੁਸਾਰ ਬਣਾਇਆ ਉਹਦੇ ਵਿੱਚ ਵਿਚਰਦਾ ਹੈ। ਤੇ ਸਤਿਗੁਰੂ ਜਿੱਥੇ ਪ੍ਰੋਬਲਮ ਦੱਸਦੇ ਨੇ, ਮੁਸ਼ਕਲਾਤ ਦੱਸਦੇ ਨੇ, ਉੱਥੇ ਨਾਲ ਸੋਲੂਸ਼ਨ ਦੱਸਦੇ ਨੇ। ਇਹ ਬਾਣੀ ਦੀ ਬੰਤਰ ਦੀ ਬਹੁਤ ਵੱਡੀ ਵਡਿਆਈ ਹੈ। ਅਗਲੇ ਹੀ ਬੰਦ ਵਿੱਚ ਸਤਿਗੁਰੂ ਸਮਝਾਉਣਾ ਕਰ ਰਹੇ ਹਨ, ਗੁਰ ਸਮਝਾਵੇ ਸੋਝੀ ਹੋਈ। ਜਦੋਂ ਗੁਰੂ ਸਮਝਾਉਂਦਾ ਹੈ ਉਦੋਂ ਇਹ ਸਮਝ ਆਉਂਦੀ ਹੈ। ਤੇ ਗੁਰੂ ਨੂੰ ਸਮਝਣ ਵਾਸਤੇ ਮੈਨੂੰ ਗੁਰੂ ਕੋਲ ਬਹਿਣਾ ਪੈਂਦਾ ਹੈ। ਤੇ ਜਦੋਂ ਮੈਂ ਬੈਠਦਾ ਹਾਂ, ਮੈਂ ਸੁਣਦਾ ਹਾਂ, ਸਮਝਦਾ ਹਾਂ, ਮੰਨ ਲੈਂਦਾ ਹਾਂ। ਗੁਰਮੁਖ ਵਿਰਲਾ ਬੂਝੈ ਕੋਈ। ਗੁਰੂ ਦੇ ਸਨਮੁਖ ਹੋ ਕੇ ਕੋਈ ਵੀ ਮਨੁੱਖ ਇਹ ਗੱਲ ਬੁੱਝ ਸਕਦਾ ਹੈ। ਮੈਥ ਦੇ ਟੀਚਰ ਦੀ ਕਲਾਸ ਵਿੱਚ ਬੈਠ ਕੇ ਦੁਨੀਆ ਦਾ ਕੋਈ ਇਨਸਾਨ ਵੀ ਉਹ ਮੈਥ ਸਿੱਖ ਸਕਦਾ ਹੈ ਤੇ ਉਹ ਵਿਰਲਾ ਬਣ ਜਾਵੇਗਾ। ਕਰ ਕਿਰਪਾ ਰਾਖੋ ਰਖਵਾਲੇ, ਨਾਲ ਇਹ ਜਾਚ ਸਿਖਾਉਂਦੇ ਨੇ ਕਿ ਇਹ ਪ੍ਰੋਸੈਸ ਗੁਰੂ ਦੀ ਮਤ ਲਗਾਤਾਰ ਹਰ ਪਲ, ਹਰ ਰੋਜ਼, ਹਰ ਕੰਮ ਵਿੱਚ, ਮੇਰੀ ਹਰ ਸੋਚ ਦੇ ਵਿੱਚ ਮੇਰੇ ਮਦਦਗਾਰ ਹੋਵੇ। ਤੇ ਉਹਦੇ ਵਾਸਤੇ ਸਤਿਗੁਰੂ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਨੇ। ਕਰ ਕਿਰਪਾ ਰਾਖੋ ਰਖਵਾਲੇ। ਸਾਰੀ ਦੁਨੀਆ ਕਾਇਨਾਤ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ, ਇਹ ਆਪਣੀ ਬਖਸ਼ਿਸ਼ ਹਮੇਸ਼ਾ ਮੇਰੇ ਤੇ ਕਰਦੇ ਰਹੋ। ਨਹੀਂ ਤਾਂ ਮੇਰੀ ਕੀ ਅਵਸਥਾ ਬਣ ਜਾਵੇਗੀ। ਬਿਨ ਬੂਝੇ ਪਸ਼ੂ ਭਏ ਬੇਤਾਲੇ। ਤਾਲ ਤੋਂ ਬਿਨਾ, ਰਿਦਮ ਤੋਂ ਬਿਨਾ, ਡਿਸਿਪਲਨ ਤੋਂ ਬਿਨਾ, ਮਰਿਆਦਾ ਤੋਂ ਬਿਨਾ ਮੇਰਾ ਜੀਵਨ ਪਸ਼ੂ ਵਾਂਗ ਬਣ ਜਾਵੇਗਾ ਜੇ ਮੈਂ ਬੁਝਦਾ ਨਹੀਂ ਹਾਂ, ਜੇ ਮੈਂ ਸਮਝਦਾ ਨਹੀਂ ਹਾਂ। ਤੇ ਅਗੇਨ ਦੁਨੀਆ ਦਾ ਕੋਈ ਕਨਸੈਪਟ ਹੋਵੇ ਉਹਨੂੰ ਸਮਝਣਾ ਪਵੇਗਾ। ਚਾਹੇ ਮੈਂ ਡਰਾਈਵਿੰਗ ਕਰਨੀ ਹੈ, ਆਈ हैड टू मेक अंडरस्टैंड एवरीथिंग। ਜੇ ਮੈਂ ਬਿਜ਼ਨਸ ਵਪਾਰ ਕਰਨਾ ਹੈ,
ਤਾਂ ਉਸ ਵਪਾਰ ਦੇ ਸਾਰੇ ਗੁਣ ਟੈਕਨੀਕ ਮੈਨੂੰ ਸਮਝਣੀਆਂ ਪੈਣਗੀਆਂ। ਜੌਬ ਕਰਦਾ ਹਾਂ, ਜਿਹੜੀ ਮੈਂ ਜੌਬ ਕਰਦਾ ਹਾਂ ਉਹਦੇ ਸਾਰੇ ਕਰਤੱਵ ਸਮਝਣੇ ਪੈਣਗੇ। ਤੇ ਨਹੀਂ ਸਮਝਦਾ ਤਾਂ ਦੁਖੀ ਹੁੰਦਾ ਹਾਂ, ਪਰੇਸ਼ਾਨ ਹੁੰਦਾ ਹਾਂ, ਦੁਵਿਧਾ ਵਿੱਚ ਆ ਜਾਂਦਾ ਹਾਂ। ਬਿਨ ਬੂਝੇ ਪਸ਼ੂ ਕੀ ਨਿਆਈ। ਪਸ਼ੂ ਜਿਹੜੇ ਜਿੰਨੀ ਵੀ ਕ੍ਰੀਏਸ਼ਨ ਹੈ, ਪੰਛੀ ਨੇ, ਪਸ਼ੂ ਨੇ, ਉਹਨਾਂ ਨੂੰ ਪਰਮੇਸ਼ਰ ਨੇ ਇੱਕ ਲਿਮਿਟ ਤੱਕ ਅਕਲ ਸੋਝੀ ਦਿੱਤੀ ਹੈ, ਉਸ ਤੋਂ ਬਾਹਰ ਨਹੀਂ ਜਾ ਸਕਦੇ। ਪਰ ਇਸ ਮਨੁੱਖ ਕੋਲ ਅਸੀਮ ਬਹੁਤ ਤਾਦਾਦ ਦੇ ਵਿੱਚ ਅਕਲ ਮਿਲੀ ਹੈ। ਜੇ ਮਨੁੱਖ ਦੀ ਆਦਮ ਮਨੁੱਖ ਤੋਂ ਡਿਵੈਲਪਮੈਂਟ ਦੇਖੋ ਤਾਂ ਹੈਰਾਨ ਰਹਿ ਜਾਈਦਾ। ਬਿਨ ਬੂਝੇ ਪਸ਼ੂ ਕੀ ਨਿਆਈ। ਹੁਣ ਇੱਥੇ ਫੈਸਲਾ ਮੈਂ ਕਰਨਾ ਹੁੰਦਾ ਹੈ ਵੀ ਮੈਂ ਗੁਰੂ ਦੀ ਮੱਤ ਲੈ ਕੇ ਸਮਝ ਕੇ ਮਨੁੱਖ ਬਣਨਾ ਹੈ, ਮਾਨਸ ਜਨਮ ਪ੍ਰਾਪਤ ਕਰਨੀ ਹੈ ਕਿ ਪਸ਼ੂਆਂ ਨੂੰ ਜੀਵਨ ਬਤੀਤ ਕਰਨਾ ਹੈ ਆਪਣੀ ਮਨਮਤ ਦੇ ਨਾਲ। ਭ੍ਰਮ ਮੋਹ ਵਿਆਪਿਓ ਮਾਇਆ। ਜੇ ਮੈਂ ਗੁਰੂ ਦੀ ਮੱਤ ਲੈ ਕੇ ਉਹਨੂੰ ਸਮਝਦਾ ਨਹੀਂ ਤਾਂ ਮੇਰਾ ਜੀਵਨ ਡੰਗਰਾਂ ਵਾਂਗ ਹੈ। ਮੈਂ ਭਰਮ ਵਿੱਚ ਹਾਂ, ਮੋਹ ਵਿੱਚ, ਮਾਇਆ ਵਿੱਚ ਫਸਿਆ ਰਵਾਂਗਾ ਤਾਂ ਇਉਂ ਮੇਰਾ ਜੀਵਨ ਕਦੇ ਵੀ ਉਸ ਸਚਿਆਰ ਵਾਲੇ ਪਾਸੇ ਨਹੀਂ ਜਾ ਸਕੇਗਾ। ਸਾਧ ਸੰਗ ਜਮ ਜੇਵਰੀ ਕਾਟੀ, ਨਾਨਕ ਸਹਿਜ ਸਮਾਇਆ। ਸੰਗਤ ਵਿੱਚ ਆ ਕੇ ਗੁਰੂ ਦੀ ਮੱਤ ਰਾਹੀਂ ਮੇਰਾ ਧਿਆਨ ਉਸ ਪਰਮੇਸ਼ਰ ਵੱਲ ਜਾਂਦਾ ਹੈ। ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਆ। ਸੱਚ ਸੁਣ ਕੇ, ਸੱਚ ਬੁੱਝ ਕੇ, ਸੱਚ ਕਹਿ ਕੇ ਮਹਿਲ ਬੁਲਾ ਲਈਆ। ਪਾਓ ਜਦੋਂ ਮੈਂ ਸੱਚ ਸੁਣਦਾ ਹਾਂ, ਉਸ ਸੱਚ ਨੂੰ ਬੁੱਝ ਲੈਂਦਾ ਹਾਂ, ਸਮਝ ਲੈਂਦਾ ਹਾਂ, ਜਾਣ ਲੈਂਦਾ ਹਾਂ ਤੇ ਕਹਿੰਦਾ ਵੀ ਹਾਂ, ਜੀਵਨ ਦਾ ਹਿੱਸਾ ਵੀ ਬਣਾਉਂਦਾ ਹਾਂ, ਮਹਿਲ ਬੁਲਾਈਆ। ਇਹ ਮੇਰਾ ਮਨ ਜੋ ਹੈ ਆਪਣੇ ਨਿਜ ਘਰ ਮਹਿਲ ਦੇ ਵਿੱਚ ਸੱਦਿਆ ਜਾਂਦਾ ਹੈ, ਆ ਕੇ ਟਿਕ ਜਾਂਦਾ ਹੈ। ਇਹ ਬੜੀ ਵੱਡੀ ਤਰਾਸਦੀ ਹੁੰਦੀ ਹੈ ਜੀਵਨ ਦੀ। ਅਸੀਂ ਸਾਰੇ ਆਖਦੇ ਹਾਂ ਮਨ ਟਿਕਦਾ ਨਹੀਂ ਹੈ, ਮਨ ਟਿਕਦਾ ਨਹੀਂ ਹੈ। ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਪਰ ਇਹ ਪੌੜੀ ਹੈ, ਅੰਕ 147 ਦੇ ਉੱਪਰ ਹੈ। ਜੇ ਇਸ ਪੌੜੀ ਦੇ ਸਾਰੇ ਜਿਹੜੇ ਸ਼ਬਦ, ਅੱਖਰ, ਪੰਕਤੀਆਂ ਹਨ, ਜੇ ਇਹਨੂੰ ਜ਼ਰਾ ਵੀ ਧਿਆਨ ਨਾਲ ਸਮਝੋਗੇ ਤਾਂ ਇਹ ਸਮਝ ਆ ਜਾਵੇਗਾ ਸੁਣਨਾ ਕਿਵੇਂ ਹੈ, ਬੁਝਣਾ ਕਿਵੇਂ ਹੈ, ਕਹਿਣਾ ਕਿਵੇਂ ਹੈ, ਕਿਵੇਂ ਮਨ ਵਿੱਚ ਇਹ ਮਨ ਆਪਣੇ ਨਿਜ ਘਰ ਵਿੱਚ ਆ ਜਾਂਦਾ ਹੈ, ਕੋਈ ਰੁਕਾਵਟ ਨਹੀਂ ਰਹਿੰਦੀ। ਇਹ ਸਮਝ ਆ ਜਾਵੇਗਾ। ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਆ। ਪੰਡਿਤ ਪੜ੍ਹੈ ਬੰਧਨ ਮੋਹ ਬਾਂਧਾ, ਮੈਂ ਬੂਝੈ ਵਿਖਿਆ ਪਿਆ। ਪੰਡਤ ਪੜਦਾ ਹੈ, ਹੁਣ ਪੰਡਤ ਤੇ ਹੈ ਨਹੀਂ, ਹੁਣ ਇਹ ਸ਼ਬਦ ਮੇਰੇ ਵਾਸਤੇ ਨਹੀਂ ਹੋਵੇਗਾ। ਸੰਗਤ ਜੀ ਫਿਰ ਮੈਂ ਰਿਪੀਟ ਕਰਾਂਗਾ, ਇਹ ਸ਼ਬਦ ਮੇਰੇ ਵਾਸਤੇ ਹੈ, ਮੇਰੇ ਮਨ ਵਾਸਤੇ ਹੈ, ਮੈਨੂੰ ਕਹਿ ਰਹੇ ਹਨ ਸਤਿਗੁਰੂ ਜੀ, ਤਾਂ ਇਹ ਮੈਂ ਇਹਨੂੰ ਅਡਾਪਟ ਕਰ ਸਕਾਂਗਾ। ਪੰਡਿਤ ਪੜੈ ਬੰਧਨ ਮੋਹ ਬਾਂਧਾ। ਹੁਣ ਜੇ ਮੈਂ ਇਹ ਪੰਕਤੀ ਆਪਣੇ ਤੇ ਟਿਕਾਉਂਦਾ ਤਾਂ ਸਮਝ ਆਵੇਗੀ ਇਹ ਮੇਰੇ ਮਨ, ਜੇ ਤੂੰ ਜਿੰਨੇ ਵੀ ਪਾਠ ਪੜਦਾ ਹੈ, ਬੰਧਨ ਮੋਹ ਬਾਂਧਾ, ਬੰਧਨ ਵਿੱਚ ਹੈ, ਮੋਹ ਵਿੱਚ ਬਣਿਆ ਹੋਇਆ, ਕਿਉਂਕਿ ਪਾਠ ਸਮਝ ਨਹੀਂ ਰਿਹਾ ਹੈ, ਪੜੀ ਜਾ ਰਿਹਾ ਹੈ, ਪੜੀ ਜਾ ਰਿਹਾ। ਪ੍ਰਚਾਰਕ ਨੂੰ ਵੀ ਆਖਿਆ ਜਾ ਰਿਹਾ, ਮੈਂ ਬੂਝਾ ਵਿਖਿਆ ਪਿਆ। ਬਹੁਤ ਸਾਰੇ ਸ਼ਾਸਤਰਾਂ ਦੇ ਪਾਠ ਸਮਝ ਨਹੀਂ ਆਉਂਦੇ, ਇਸੇ ਤਰ੍ਹਾਂ ਬਾਣੀ ਮੈਂ ਪੜ੍ਹ ਕੇ ਸਮਝਦਾ ਨਹੀਂ ਹਾਂ, ਬੰਧਨ ਵਿੱਚ ਹਾਂ, ਮੋਹ ਵਿੱਚ ਹਾਂ, ਮੈਂ ਬੂਝਾ ਸਮਝਿਆ ਨਹੀਂ ਉਸ ਪਾਠ ਨੂੰ। ਫਿਰ ਰਿਜ਼ਲਟ ਵਿਖਿਆ ਵਿੱਚ, ਉਸ ਮਾਇਆ ਦੇ ਨਾਲ, ਵਿਖਿਆ ਜ਼ਹਿਰ ਦੇ ਨਾਲ ਮੈਂ ਪਿਆਰ ਵਿੱਚ ਬੰਨਿਆ ਜਾਵਾਂਗਾ।
ਕਿਉਂਕਿ ਮੈਨੂੰ ਉਹ ਪਾਠ ਸਮਝ ਨਹੀਂ ਆਇਆ, ਉਹਨੂੰ ਮੈਂ ਬੁਝਿਆ ਨਹੀਂ, ਉਹਨੂੰ ਜਾਣਿਆ ਨਹੀਂ, ਇਸ ਕਰਕੇ ਪ੍ਰੈਕਟੀਕਲ ਵੀ ਨਹੀਂ ਕਰ ਸਕਿਆ। ਤੇ ਫਿਰ ਸਤਿਗੁਰ ਦੀ ਵਡਿਆਈ ਮੈਨੂੰ ਫਿਰ ਸੋਲੂਸ਼ਨ ਦੱਸ ਰਹੇ ਨੇ ਮੇਰੇ ਮਨ ਨੂੰ। ਸਤਿਗੁਰ ਮਿਲਿਆ ਤੇ ਕੁਟੀ ਛੂਟੈ। ਸਤਿਗੁਰੂ ਦੇ ਮਿਲਾਪ ਦੇ ਵਿੱਚ, ਸਤਿਗੁਰੂ ਦੇ ਮਿਲਣ ਦੇ ਨਾਲ ਇਹ ਤ੍ਰੈ ਗੁਣੀ ਮਾਇਆ ਤੋਂ ਮੇਰਾ ਮਨ ਛੁੱਟ ਸਕਦਾ ਹੈ। ਚੌਥਾ ਪਦ ਮੁਕਤ ਦੁਆਰ। ਇਸ ਚੌਥੇ ਪਦ ਵਿੱਚ ਰਜੋ ਤਮੋ ਸਤੋ ਦੇ ਮੁਕਤ ਹੋ ਕੇ ਮੈਂ ਸਚਿਆਰ ਬਣ ਸਕਦਾ ਹਾਂ। ਹੁਣ ਇਹ ਜਦੋਂ ਮੈਂ ਆਪਣੇ ਤੇ ਲਾਗੂ ਕਰਾਂ, ਕਿਤੇ ਮੈਂ ਜਿੰਨੇ ਪਾਠ ਪੜ੍ਹ ਰਿਹਾ ਹਾਂ, ਜਿੰਨਾ ਮੈਂ ਸਿੱਖ ਰਿਹਾ ਹਾਂ, ਉਹ ਕਿਤੇ ਖਾਲੀ ਗਿਆਨ ਲੈਣ ਵਾਸਤੇ ਤਾਂ ਨਹੀਂ, ਕਿਤੇ ਆਪਣੇ ਆਪ ਨੂੰ ਸਿਆਣਾ ਵਿਦਵਾਨ ਕਹਿਣ ਵਾਸਤੇ ਤਾਂ ਨਹੀਂ, ਕਿਤੇ ਸ਼ੋਹਰਤ ਦੀ ਪ੍ਰਾਪਤੀ ਵਾਸਤੇ ਨਹੀਂ। ਇਹ ਮੈਂ ਦੇਖਣਾ ਹੈ, ਮੇਰੇ ਮਨ ਨੇ ਦੇਖਣਾ ਹੈ ਵੇਅਰ ਆਈ ਸਟੈਂਡ, ਮੈਂ ਕਿੱਥੇ ਖੜਾ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਐਸਾ ਤੈਂ ਜਗ ਭਰਮ ਲਾਇਆ, कैसे बूझ है जब मोया है माया। ਹੁਣ ਇਹ ਸਤਿਗੁਰੂ ਜੀ ਇਹਦੇ ਆਖਰੀ ਅਰਥ ਜਿਹੜੇ ਬੰਦੇ ਹਨ, ਪਰਮੇਸ਼ਰ ਨੂੰ ਕਹਿ ਰਹੇ ਨੇ ਵੀ ਤੂੰ ਆਪ ਹੀ ਮਾਇਆ ਬਣਾਈ ਹੈ ਤੇ ਸਾਰਿਆਂ ਨੂੰ ਉਸ ਮਾਇਆ ਵਿੱਚ ਲਾਇਆ ਹੋਇਆ ਹੈ, ਖੇਡਣ ਤੇ ਲਾਇਆ ਹੋਇਆ। ਇਹ ਪ੍ਰਮਾਣ ਬਾਣੀ ਵਿੱਚ ਆਪ ਸਾਰੇ ਜਾਣਦੇ ਹੋ। ਕੈਸੇ ਬੂਝ ਹੈ ਜਬ ਮੋਇਆ ਹੈ ਮਾਇਆ, ਇਹ ਕਿਵੇਂ ਬੁੱਝੇਗਾ? ਤੂੰ ਹੀ ਤਾਂ ਪਰਮੇਸ਼ਰ ਜੀ ਇਹ ਮਾਇਆ ਪਾਈ ਹੈ ਤੇ ਉਹਨਾਂ ਨੂੰ ਖੇਡਣ ਤੇ ਲਾਇਆ ਹੋਇਆ ਹੈ। ਤਾਂ ਇਹਦੇ ਵਿੱਚੋਂ ਮੈਂ ਕੀ ਸਿੱਖਣਾ ਹੈ? ਹੁਣ ਮੈਂ ਇਸ ਤਰ੍ਹਾਂ ਇਹਨੂੰ ਸਮਝਾਂਗਾ, ਮੇਰੀ ਮੱਤ ਮੇਰੇ ਮਨ ਨੂੰ ਕਹਿ ਰਹੀ ਹੈ, ਕੋਈ ਮਨ ਤੂੰ ਇੱਕ ਆਪਣਾ ਸੰਸਾਰ ਬਣਾ ਕੇ ਮੈਂ ਇੰਜ ਕਰਾਂਗਾ ਇੰਜ ਹੋ ਜਾਏਗਾ, ਮੈਂ ਉਹ ਕਰਾਂਗਾ, ਇਹ ਵਪਾਰ ਕਰਾਂਗਾ, ਇਸ ਤਰ੍ਹਾਂ ਕਰਾਂਗਾ। ਮਨ ਨੇ ਇੱਕ ਆਪਣਾ ਸੰਸਾਰ ਜਗ ਬਣਾਇਆ ਹੈ ਤੇ ਉਸ ਝੂਠੇ ਕੱਚੇ ਜਗ ਦੇ ਵਿੱਚ ਭਰਮਾਇਆ ਹੋਇਆ ਹੈ, ਭੁਲੇਖਿਆਂ ਵਿੱਚ ਪਿਆ ਹੈ। ਮੈਂ 40 ਪਾਠ ਕਰਾਂਗਾ ਇਹ ਮਿਲ ਜਾਏਗਾ, ਤੇ ਮੈਂ ਇਹ ਪਾਠ ਕਰਾਂਗਾ ਮੈਨੂੰ ਇਹ ਮਿਲ ਜਾਏਗਾ। ਹੁਣ ਮੇਰਾ ਮਨ ਹੈ ਨਾ, ਮੇਰੀ ਮਤ ਮੇਰੇ ਮਨ ਨੂੰ ਸਮਝਾ ਰਹੀ ਹੈ, ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਨੇ। ਕੈਸੇ ਬੂਝੈ ਜਬ ਮੋਇਆ, ਓਏ ਮਨ ਤੂੰ ਕਿਵੇਂ ਬੁੱਝੇਗਾ ਜਦੋਂ ਤੂੰ ਸਾਰਾ ਦਿਨ ਸਵੇਰੇ ਸ਼ਾਮ ਰਾਤ ਮਾਇਆ ਵਿੱਚ ਹੈ। ਸਵੇਰੇ ਉੱਠਦਿਆਂ ਸਾਰ ਰਾਤ 2 ਵਜੇ ਵੀ 3 ਵਜੇ ਵੀ ਫੋਨ ਚੁੱਕ ਕੇ ਦੇਖਦਾ ਮੇਰੇ ਬੈਂਕ ਵਿੱਚ ਕਿੰਨੇ ਪੈਸੇ ਨੇ, ਤੇ ਸਾਰਾ ਦਿਨ ਮਾਇਆ ਦੇ ਵਿੱਚ ਕਰਮ ਕਰਦਾ ਹਾਂ। ਕਿਵੇਂ ਬੁੱਝੇਗਾ, ਕਿਵੇਂ ਜਾਣੇਗਾ? ਤਾਂ ਮੇਰੇ ਮਨ ਨੂੰ ਸਮਝ ਆਵੇਗੀ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ। ਮੇਰਾ ਪਰਮੇਸ਼ਰ ਬੇਅੰਤ ਹੈ, ਪਹੁੰਚ ਤੋਂ ਗਿਆਨ ਇੰਦਰੀਆ ਕਰਮ ਇੰਦਰੀਆ ਦੀ ਪਹੁੰਚ ਤੋਂ ਦੂਰ ਹੈ, ਅਪਾਰ ਹੈ, ਜਿਹਦਾ ਪਾਰਲਾ ਬੰਨਾ ਨਹੀਂ ਹੈ, ਨਿਰੋਲ ਪਾਕ ਪਵਿੱਤਰ ਤੇ ਨਿਰਮਲ ਹੈ, ਤੇ ਇੱਕ ਨਿਯਮ ਦੇ ਵਿੱਚ ਸਾਰੇ ਕੰਮ ਕਰਦਾ ਹੈ। ਗੁਰਮੁਖ ਹੋਵੇ ਸੋਈ ਬੂਝੈ। ਹੁਣ ਫਿਰ ਸਤਿਗੁਰੂ ਜੀ ਸੋਲੂਸ਼ਨ ਦੱਸ ਰਹੇ ਨੇ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਬਾਣੀ ਲੈਸਨ ਟੀਚਿੰਗ ਦੇ ਰਾਹੀਂ ਇਹ ਸੱਚ ਦੀ ਸਮਝ ਆ ਸਕਦਾ ਹੈ। ਭਾਵ ਜਿਹੜਾ ਗੁਰੂ ਦੀ ਮੱਤ ਲੈਂਦਾ ਹੈ, ਗੁਰੂ ਦੀ ਕਲਾਸ ਵਿੱਚ ਬੈਠਦਾ ਹੈ, ਉਹੀ ਬੁੱਝ ਸਕਦਾ ਹੈ, ਉਹੀ ਜਾਣ ਸਕਦਾ ਹੈ। ਤੇ ਸਤਿਗੁਰੂ ਉਹ ਸਚਿਆਰ ਬਣਨ ਵਾਸਤੇ, ਸੱਚੇ ਪਰਮੇਸ਼ਰ ਨਾਲ ਇਕਮਿਕ ਹੋਣ ਵਾਸਤੇ ਕਿਹੜੀ ਸੋਚ ਦਿੰਦੇ ਨੇ, ਕਿਹੜੀ ਸਮਝ ਦਿੰਦੇ ਨੇ? ਗੁਣ ਕਹੈ ਗੁਣੀ ਸਮਾਵਣੀਆਂ। ਉਸ ਪਰਮੇਸ਼ਰ ਦੇ ਗੁਣ ਧਾਰਨ ਕਰਕੇ ਇੱਕ ਇੱਕ ਕਰਕੇ ਉਸ ਅਪਾਰ ਬੇਅੰਤ ਨਿਰਮਲ ਪਰਮੇਸ਼ਰ ਦੇ ਵਿੱਚ ਤੂੰ ਗੁਣਾ ਕਰਕੇ ਸਮਾ ਦਿੰਦਾ ਹੈ। ਜੈਸਾ ਸੇਵੇ ਤੈਸਾ ਹੋਏ, ਇਹ ਵਿਧਾਨ ਹੈ। ਜਿਹੋ ਜਿਹੇ ਪਰਮੇਸ਼ਰ ਦੀ ਮੈਂ ਪੂਜਾ ਕਰਦਾ ਹਾਂ, ਉਹੋ ਜਿਹਾ ਮੈਂ ਬਣ ਜਾਂਦਾ ਹਾਂ। ਗੁਰਮੁਖ ਬੂਝੈ ਤਤ ਵਿਚਾਰਾ। ਗੁਰੂ ਦੀ ਸ਼ਰਨ ਪਿਆ ਸਮਝ ਆਉਣੀ ਹੈ, ਅਸਲ ਤੱਤ ਦੀ ਵਿਚਾਰ ਉੱਥੇ ਸਮਝ ਆਉਣੀ ਹੈ ਜਦੋਂ ਮੈਂ ਗੁਰੂ ਦੇ ਸਨਮੁਖ ਹੁੰਦਾ ਹਾਂ, ਉਹਦੇ ਕੋਲ ਬੈਠਦਾ ਹਾਂ। ਤੇ ਉਹਦਾ ਰਿਜ਼ਲਟ ਕਿਵੇਂ ਪਤਾ ਲੱਗੇਗਾ? ਆਵਣ ਜਾਣਾ ਠਾਕ ਰਹਾ ਹੈ।
ਮੈਂ ਸਕੂਲ ਦੇ ਵਿੱਚ, ਯੂਨੀਵਰਸਿਟੀ ਵਿੱਚ, ਕਲਾਸ ਵਿੱਚ ਰੋਜ਼ ਜਾਂਦਾ ਹਾਂ, ਪੜ੍ਹਦਾ ਹਾਂ। ਮੈਂ ਸਮਝਿਆ ਕਿ ਨਹੀਂ ਸਮਝਿਆ, ਵਿਚਾਰ ਕੀਤੀ ਕਿ ਨਹੀਂ ਕੀਤੀ, ਇਹ ਕਦੋਂ ਪਤਾ ਲੱਗੇਗਾ? ਜਦੋਂ ਛੋਟੇ ਬੱਚੇ ਆਪਣਾ ਹੋਮਵਰਕ ਪੂਰਾ ਕਰਕੇ ਦਿਖਾਉਂਦੇ ਨੇ, 5 ਸਟਾਰ ਮਿਲ ਜਾਣਗੇ। ਜਿਹੜੇ ਕਾਲਜ ਸਕੂਲ ਦੇ ਬੱਚੇ ਨੇ, ਜਦੋਂ ਐਗਜ਼ਾਮ ਆਉਂਦਾ ਹੈ ਉਹ 'ਚ ਚੰਗੇ ਮਾਰਕਸ ਲੈ ਜਾਂਦੇ ਨੇ। ਤੇ ਜਿਹੜਾ ਮਨ ਗੁਰੂ ਦੀ ਮਤ ਸਿੱਖਿਆ ਲੈ ਕੇ ਵਿਚਾਰ ਕਰਦਾ ਹੈ, ਤਤ ਨੂੰ ਸਮਝਦਾ ਹੈ, ਆਉਣ ਜਾਣਾ ਥਾਕ ਰਹਾ ਹੈ। ਇਸ ਮੇਰੇ ਮਨ ਦਾ ਆਉਣਾ ਜਾਣਾ ਖਤਮ ਹੋ ਗਿਆ, ਭਟਕਣਾ ਖਤਮ ਹੋ ਗਈ। ਮਨ ਨਿਜ ਕਰ ਮਹਿਲ ਵਿੱਚ ਪੱਕਾ ਟਿਕ ਗਿਆ ਹੈ। ਸੱਚੇ ਨਾਮ ਸਮਾਵਣਿਆ। ਤੇ ਹੁਣ ਗੁਰੂ ਦੀ ਮਤ ਹੈ, ਤਤ ਹੈ, ਵਿਚਾਰ ਹੈ, ਸੱਚ ਹੈ, ਮਨ ਟਿਕਿਆ ਹੋਇਆ ਹੈ। ਸੱਚੇ ਨਾਮ ਸਮਾਵਣਿਆ। ਇਹ ਹੁਣ ਸੱਚੇ ਨਾਮ ਦੇ ਵਿੱਚ ਹਰ ਵੇਲੇ ਗੁਣ ਕਹਿ ਗੁਣੀ ਸਮਾਵਣਿਆ ਵਿੱਚ ਵਿਰਾਜਮਾਨ ਹੈ। ਗੁਰਮੁਖ ਬੂਝੈ ਅਕਤ ਕਹਾਵੈ। ਗੁਰੂ ਦੀ ਮਤ ਰਾਹੀਂ ਉਹ ਅਕਤ ਪਰਮੇਸ਼ਰ ਜੋ ਹੈ ਉਹਦੀ ਸਮਝ ਆਉਂਦੀ ਹੈ। ਉਹਨੂੰ ਕਹਿਣ ਜੋਗੇ ਹੋ ਜਾਂਦੇ ਹਾਂ, ਉਹਨੂੰ ਗਾਇਣ ਜੋਗੇ ਹੋ ਜਾਂਦੇ ਹਾਂ। ਸੱਚੇ ਠਾਕੁਰ ਸਾਚੋ ਭਾਵੈ। ਨਾਨਕ ਸੱਚ ਕਹਿ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਸੱਚ ਕਿਵੇਂ ਮਿਲਣਾ ਹੈ? ਨਾਨਕ ਸਮਝਾਉਣਾ ਕਾਰਨ ਗੁਣ ਗਾਵਣਿਆ। ਉਸ ਪਰਮੇਸ਼ਰ ਦੇ ਗੁਣ ਗਾ ਕੇ ਮੈਂ ਉਸ ਸੱਚ ਨੂੰ ਪ੍ਰਾਪਤ ਕਰ ਸਕਦਾ ਹਾਂ। ਹਉ ਵਾਰੀ ਜਿਉ ਵਾਰੀ, ਪੜ ਬੁੱਝ ਮਨ ਵਸਾਵਣਿਆ। ਪੜਨਾ ਲਾਜ਼ਮੀ ਹੈ, ਇਹਨੂੰ ਛੱਡਿਆ ਨਹੀਂ ਜਾ ਸਕਦਾ। ਫਿਰ ਬੁੱਝਣਾ ਹੈ, ਸਮਝਣਾ ਹੈ, ਮੇਕ ਇਟ ਅੰਡਰਸਟੈਂਡ, ਮਨ ਵਸਾਵਣਿਆ। ਇਹ ਫਿਰ ਉਸ ਨੂੰ ਮੰਨ ਕੇ ਉਸ ਦੇ ਵਿੱਚ ਜੀਵਨ ਬਤੀਤ ਕਰਨਾ ਹੈ। ਇਹ ਕੌਣ ਕਰਦੇ ਨੇ? ਗੁਰਮੁਖ ਪੜੈ ਹਰ ਨਾਮ ਸਲਾਹੇ। ਗੁਰੂ ਦੀ ਸ਼ਰਨ ਪੈ ਕੇ, ਜਿਹੜੇ ਗੁਰੂ ਦੀ ਕਲਾਸ ਵਿੱਚ ਬੈਠ ਕੇ ਉਹਦੀ ਮਤ ਲੈਂਦੇ ਨੇ, ਪੜ੍ਹਦੇ ਨੇ, ਲਿਖਦੇ ਨੇ, ਨੋਟ ਕਰਦੇ ਨੇ, ਹੋਮਵਰਕ ਵੀ ਲੈ ਕੇ ਜਾਂਦੇ ਨੇ, ਹਰ ਨਾਮ ਸਲਾਹੇ। ਹਰ ਵੇਲੇ ਉਸ ਲੈਸਨ ਨੂੰ ਯਾਦ ਕਰਦੇ ਨੇ, ਬਾਰ-ਬਾਰ ਰਿਪੀਟ ਕਰਦੇ ਨੇ, ਉਸ ਨੂੰ ਸਮਝ ਕੇ ਬੁੱਝ ਕੇ ਜੀਵਨ ਦਾ ਹਿੱਸਾ ਬਣਾਉਂਦੇ ਨੇ। ਦਰ ਸੱਚਾ ਸ਼ੋਭਾ ਪਾਵਣਿਆ। ਦੂਜਾ ਭਾਏ ਪੜੈ ਨਹੀਂ ਬੂਝੈ, ਤ੍ਰਿਬਿਦ ਮਾਇਆ ਕਾਰਨ ਲੂਝੈ। ਜਿਹੜੇ ਪੜ੍ਹ ਕੇ ਸਮਝਦੇ ਨਹੀਂ, ਬੁੱਝਦੇ ਨਹੀਂ, ਉਹ ਦੂਜੇ ਭਾਏ ਵਿੱਚ ਵਿਚਰਦੇ ਨੇ ਤੇ ਤ੍ਰੈ ਗੁਣੀ ਮਾਇਆ ਦੇ ਕਾਰਨ ਹਮੇਸ਼ਾ ਚੂਰਦੇ ਨੇ, ਦੁਖੀ ਹੁੰਦੇ ਨੇ, ਪੜਦੇ ਪੁੱਜਦੇ ਰਹਿੰਦੇ ਨੇ। ਐਸੀ ਅਵਸਥਾ ਬਣ ਜਾਂਦੀ ਹੈ। ਤੇ ਸਾਹਿਬ ਸਮਝਾਉਣਾ ਕਰਦੇ ਹਨ, ਸੁਣ ਸੁਣ ਬੂਝੈ ਮਾਨੈ ਨਾਉ। ਬਾਰ ਬਾਰ ਅਵਿਆ ਕਾਰਨ, ਕੇਵਲ ਸੁਣਨ ਪੜਨ ਤੱਕ ਨਹੀਂ ਸੀਮਿਤ ਰੱਖਣਾ। ਸੁਣਨਾ ਪੜਨਾ शुरुआत है, मंजिल नहीं है, डेस्टिनेशन नहीं है। दुनिया की हर तालीम विद्या ਵਿੱਚ ਇਹੀ ਲੌਜਿਕ ਕੰਮ ਆਵੇਗਾ। ਦੁਨੀਆ ਦੇ ਹਰ ਕੰਮ ਐਕਸ਼ਨ ਵਿੱਚ ਇਹ ਲੌਜਿਕ ਕੰਮ ਆਵੇਗਾ ਕਿ ਸੁਣ ਸੁਣ ਕੇ ਉਸ ਨੂੰ ਬੁੱਝਣਾ ਹੈ, ਸਮਝਣਾ ਹੈ, ਮੰਨ ਲੈਣਾ ਹੈ, ਉਸ ਸੱਚ ਨੂੰ ਜਾਣ ਲੈਣਾ ਹੈ। ਤਾਂ ਕਹਿ ਸਦ ਬਲਿਹਾਰੈ ਜਾਓ। ਤੇ ਇਹੋ ਜਿਹਾ ਮਨ ਉਸ ਤੋਂ ਵਾਰ-ਵਾਰ ਜਾਂਦਾ ਹੈ। ਮਨ ਸ਼ਬਦ ਮਰੈ ਬੂਝੈ ਜਨ ਸੋਏ। ਮਨ ਨੂੰ ਕਹਿ ਰਹੇ ਨੇ, ਮਨ ਜਦੋਂ ਸ਼ਬਦ ਦੇ ਰਾਹੀਂ, ਗੁਰੂ ਦੀ ਮਤ ਲੈਸਨ ਦੇ ਰਾਹੀਂ ਵਿਕਾਰਾਂ ਨੂੰ ਮਾਰਦਾ ਹੈ, ਬੂਝੈ ਜਨ ਸੋਏ, ਉਹ ਜਨ ਬੁੱਝ ਲੈਂਦਾ ਹੈ। ਤਾਂ ਜਦੋਂ ਤੱਕ ਵਿਕਾਰ ਜਿਉਂਦੇ ਨੇ, ਸਮਝ ਨਹੀਂ ਆਵੇਗੀ। ਮਨ ਭਰਮ ਭੁਲੇਖਿਆਂ ਵਿੱਚ ਹੈ, ਉਹ ਸਮਝ ਨਹੀਂ ਪਾਵੇਗਾ। ਹਨੇਰੇ ਵਿੱਚ ਸਮਝ ਨਹੀਂ ਆਉਂਦੀ ਹੈ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ ਢੋਰ। ਇਸ ਸੰਸਾਰ ਤੇ ਆਉਣ ਦਾ ਜਿਹੜਾ ਮਕਸਦ ਸੀ ਉਹ ਪੂਰਾ ਨਹੀਂ ਹੋਵੇਗਾ ਜੇ ਮੈਂ ਸਮਝਦਾ ਨਹੀਂ ਹਾਂ। ਪਸ਼ੂਆਂ ਵਾਂਗ, ਡੰਗਰਾਂ ਵਾਂਗ ਇੱਕ ਲਿਮਟਿਡ ਦੀ ਲਾਈਫ ਤਾਂ ਜੀਵਾਂਗਾ,
ਪਰ ਜਿਸ ਜੀਵਨ ਮਨੋਰਥ ਲਈ ਇਸ ਸ੍ਰਿਸ਼ਟ ਵਿੱਚ ਆਇਆ ਸੀ ਉਹ ਨਹੀਂ ਪ੍ਰਾਪਤ ਕਰ ਸਕਦਾ। ਨਾਨਕ ਗੁਰਮੁਖ ਸੋ 부ਝੈ ਜਾਂ ਕੇ ਭਾਗ ਮਥੋਰ, ਜਿਹਦੇ ਮੱਥੇ ਤੇ ਲਿਖਿਆ ਹੈ ਗੁਰੂ ਦੀ ਮੱਤ ਦੇ ਰਾਹੀਂ ਉਹ ਬੁੱਝ ਲੈਂਦਾ ਹੈ। ਹੁਣ ਇੱਥੇ ਵੀ ਮੈਂ ਵਿਚਾਰ ਅਕਸਰ ਆਪ ਜੀ ਨਾਲ ਸ਼ੇਅਰ ਕਰਦਾ ਹੁੰਦਾ। ਇਹ ਭਾਗ ਮੱਥੇ ਤੇ ਲਿਖਦਾ ਕੌਣ ਹੈ, ਕਿਉਂ ਲਿਖਦਾ ਹੈ, ਕਦੋਂ ਲਿਖਦਾ ਹੈ, ਇਹ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਹੈ। ਅਸੀਂ ਉਹ ਕਰਦੇ ਹਾਂ ਜੋ ਸੋਚਦੇ ਹਾਂ, ਕਰਦੇ ਹਾਂ, ਉਹ ਸਾਡੇ ਮੱਥੇ ਤੇ ਲਿਖਿਆ ਜਾਂਦਾ ਹੈ। ਪੜ ਪੜ ਪੰਡਿਤ ਵਾਦ ਵਖਾਣੈ, ਬਿਨ ਬੂਝੇ ਸੁਖ ਨਾ ਹੋਈ। ਪਾਠਾਂ ਦੇ ਪਾਠ ਪੜ੍ਹਨੇ ਜ਼ਰੂਰੀ ਹਨ, ਪਰ ਉਹਨੂੰ ਗਿਆਨ ਤੱਕ ਸੀਮਿਤ ਰੱਖ ਲੈਣਾ, ਕੇਵਲ ਪੜਨ ਤੱਕ, ਵਿਦਵਤਾ ਤੱਕ ਰੱਖ ਲੈਣਾ ਕਿਸੇ ਅਰਥ ਨਹੀਂ, ਕਿਸੇ ਕੰਮ ਨਹੀਂ। ਬਿਨ ਬੂਝੇ, ਜੇ ਮੈਂ ਉਹਨੂੰ ਸਮਝਦਾ ਨਹੀਂ, ਸੁੱਖ ਨਹੀਂ ਮਿਲੇਗਾ, ਉਹਦੀ ਆਉਟਪੁੱਟ ਨਹੀਂ ਮਿਲੇਗੀ। ਮੇਰੀ ਮਿਹਨਤ ਅਣਜਾਣ ਚਲੀ ਜਾਵੇ, ਚਾਹੇ ਘੰਟਿਆਂ ਬੱਧੀ ਪੜਾਂ, ਚਾਹੇ ਮਹੀਨਿਆਂ ਬੱਧੀ ਪੜਾਂ। ਇਸ ਨੂੰ ਆਸਾ ਦੀ ਆਵਾਜ਼ ਸਤਿਗੁਰੂ ਜੀ ਨੇ ਹੋਰ ਕਈ ਢੰਗ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਹੈ। ਬਿਨ ਬੂਝੇ ਸੁਖ ਨਾ ਹੋਈ, ਸਹਿਜੇ ਜਾਗੈ ਸਵੈ ਨਾ ਕੋਇ। ਸਹਿਜੇ ਜਾਗੈ, ਪੂਰੇ ਗੁਰ ਤੇ ਬੂਝੈ ਜਨ ਕੋਈ। ਜਦੋਂ ਮਨ ਗੁਰੂ ਦੀ ਮੱਤ ਨਾਲ ਜੁੜਦਾ ਹੈ, ਸਹਿਜੇ ਜਾਗੈ, ਉਹ ਅਵੇਅਰ ਹੈ, ਹਰ ਗੱਲ ਨੂੰ ਸਮਝ ਰਿਹਾ ਹੈ, ਜਾਣ ਰਿਹਾ ਹੈ। ਸਵੈ ਨਾ ਕੋਈ, ਹੁਣ ਮਨ ਵਿਕਾਰਾਂ ਵਿੱਚ ਸੌਂਦਾ ਨਹੀਂ ਹੈ, ਹਮੇਸ਼ਾ ਜਾਗਦਾ ਹੈ। ਤੇ ਇਹ ਮਨ ਜਾਗਦਾ ਹੋਇਆ ਕਿਉਂ ਹੈ? ਕਿਉਂਕਿ ਸਮਝ ਪੈ ਗਈ ਹੈ, ਜਾਣਦਾ ਹੈ। ਸਤਿਗੁਰੂ ਜੀ ਅੱਜ ਦੇ ਇਸ ਵਿਚਾਰ ਨੂੰ ਇੱਕੋ ਐਂਗਲ ਦੇ ਉੱਪਰ ਰੱਖ ਕੇ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰਕੇ ਸਮਝਾਉਣਾ ਕਰ ਰਹੇ ਨੇ ਕਿ ਮਨ ਜਦੋਂ ਤੱਕ ਕਿਸੇ ਵੀ ਐਜੂਕੇਸ਼ਨ, ਕਿਸੇ ਵੀ ਪੜ੍ਹਾਈ, ਕਿਸੇ ਵੀ ਪਾਠ ਨੂੰ ਸਮਝਦਾ ਨਹੀਂ ਹੈ, ਸਮਝ ਕੇ ਮੰਨਦਾ ਨਹੀਂ ਹੈ, ਤਾਂ ਉਹ ਇਸ ਵਿੱਚੋਂ ਕੁਝ ਪ੍ਰਾਪਤ ਨਹੀਂ ਕਰ ਸਕਦਾ ਹੈ। ਉਹ ਸਮਾਂ ਅਣਜਾਣ ਚਲਾ ਜਾਵੇਗਾ। ਤੇ ਦੂਸਰੇ ਪਾਸੇ ਇਹ ਸਮਝਾਉਣਾ ਕੀਤਾ ਵੀ ਜੇ ਸਮਝਣਾ ਹੈ, ਉਹ ਢੰਗ ਹੈ ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ, ਗੁਰੂ ਦਾ ਲੈਸਨ, ਗੁਰੂ ਦੀ ਮੱਤ। ਇਹਨੂੰ ਹਮੇਸ਼ਾ ਯਾਦ ਰੱਖਣਾ ਹੈ। ਮਨਮਤ ਤਿਆਗ ਕੇ ਆਪਣੀ ਮੱਤ ਨੂੰ ਗੁਰੂ ਦੀ ਮੱਤ ਬਣਾਉਣਾ ਹੈ, ਗੁਰੂ ਨਾਲ ਜੋੜਨਾ ਹੈ। ਤਾਂ ਇਉਂ ਕਰਦਿਆਂ ਇਹ ਮਨ ਹਮੇਸ਼ਾ ਉਸ ਪਰਮੇਸ਼ਰ ਨਾਲ ਜੁੜਿਆ ਰਹੇਗਾ। ਅਗੇਨ ਇਹ ਸਲਾਈਡ ਥੋੜੀਆਂ ਸਲੋ ਚੱਲ ਰਹੀਆਂ ਨੇ, ਤੇ ਅਖੀਰਲੀਆਂ ਦੋ ਸਲਾਈਡ ਨੇ, ਮੈਂ ਉਸ ਨੂੰ ਆਪ ਜੀ ਨਾਲ ਸ਼ੇਅਰ ਕਰਦਾ ਹੋਇਆ ਅੱਗੇ ਚੱਲਦਾ ਹਾਂ। ਤੇ ਪੜ ਪੜ ਪੰਡਿਤ ਵਾਦ ਵਖਾਣੈ, ਇਸ ਵਿਚਾਰ ਨੂੰ ਅਸੀਂ ਸਮਝਿਆ ਵੀ ਪੜ੍ਹਨਾ, ਗਿਆਨ ਹਾਸਲ ਕਰਨਾ ਇਸ ਕਰਕੇ ਨਹੀਂ ਹੈ ਕਿ ਮੈਂ ਗਿਆਨਵਾਨ ਤੇ ਵਿਦਵਾਨ ਅਖਾਉਣਾ ਹੈ, ਐਸਾ ਨਹੀਂ ਹੈ। ਤੇ ਸਤਿਗੁਰੂ ਜੀ ਇਸ ਅਖੀਰਲੀ ਜੋ ਸਲਾਈਡ ਹੈ ਉਹ ਤੇ ਸਾਨੂੰ ਸਮਝਾਉਣਾ ਕਰਦੇ ਨੇ। ਜਿਹੜਾ ਪਹਿਲਾ ਸ਼ਬਦ ਅਸੀਂ ਸਮਝਣ ਦਾ ਯਤਨ ਕੀਤਾ ਸੀ ਕਿ ਬੁੱਝਦਾ ਉਹ ਹੈ ਜੋ ਗੁਰੂ ਨੂੰ ਮਿਲ ਜਾਂਦਾ ਹੈ, ਸੋ ਬੁੱਝ ਹੈ ਜੋ ਸਤਿਗੁਰ ਪਾਏ। ਇਹ ਹਮੇਸ਼ਾ ਯਾਦ ਰੱਖਣਾ ਹੈ।
ਸਮਝ ਵਾਸਤੇ, ਗਿਆਨ ਵਾਸਤੇ ਗੁਰੂ ਦੀ ਮੱਤ ਦਾ ਹੋਣਾ ਲਾਜ਼ਮੀ ਹੈ। ਸੱਚੇ ਗੁਰੂ ਦੀ ਮੱਤ ਦਾ ਹੋਣਾ ਜ਼ਰੂਰੀ ਹੈ। ਤੇ ਬਿਨ ਸ਼ਬਦੈ ਫਿਰ ਕੋ ਨਹੀਂ ਬੂਝੈ ਸੁਖ ਹੋਈ। ਸ਼ਬਦ ਤੋਂ ਬਿਨਾ, ਬਾਣੀ ਤੋਂ ਬਿਨਾ, ਸਤਿਗੁਰੂ ਦੇ ਲੈਸਨ ਟੀਚਿੰਗ ਤੋਂ ਬਿਨਾ ਇਹ ਮਨ ਫਿਰ ਨਹੀਂ ਹੋ ਸਕਦਾ, ਟਿਕਾ ਵਿੱਚ ਨਹੀਂ ਆ ਸਕਦਾ। ਤੇ ਜਦੋਂ ਜਦੋਂ ਇਹ ਸਤਿਗੁਰੂ ਦੀ ਮੱਤ, ਜਿਹੜੇ ਪਾਠ ਮੈਂ ਪੜ੍ਹਦਾ ਹਾਂ, ਸੁਣਦਾ ਹਾਂ, ਸਮਝ ਕੇ ਜੀਵਨ ਵਿੱਚ ਢਾਲਦਾ ਹਾਂ, ਉਹ ਮੇਰਾ ਮਨ ਸੁੱਖਾਂ ਵਿੱਚ ਆਉਂਦਾ ਹੈ, ਆਨੰਦ ਵਿੱਚ ਆਉਂਦਾ ਹੈ। ਤੇ ਉਹ ਆਨੰਦ ਜਿਹੜਾ ਪਰਮਾਨੈਂਟ ਬਲਿਸ, ਹਰ ਵੇਲੇ ਸਦੀਵੀ ਖੇੜੇ ਵਿੱਚ ਉਹ ਟਿਕਿਆ ਰਹਿੰਦਾ ਹੈ। ਤਾਂ ਇਸ ਵਿਚਾਰ ਦੇ ਵਿੱਚ ਅਸੀਂ ਸਤਿਗੁਰੂ ਦੀ ਮੱਤ, ਪਾਠ, ਗਿਆਨ ਦੇ ਰਾਹੀਂ ਸਮਝਣਾ ਹੈ, ਜੀਵਨ ਦਾ ਹਿੱਸਾ ਬਣਾਉਣਾ ਹੈ, ਤੇ ਸਚਿਆਰ ਬਣਦਿਆਂ ਕੂੜ ਦੀ ਦੀਵਾਰ ਤੋੜ ਸਕੀਏ। ਆਓ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ रिकॉर्डिंग बंद कर ਫਤਿਹ। दो। बहुत बहुत धन्यवाद गुरचरण सिंह जी का। रिकॉर्डिंग